छब्बी जनवरी ਨੂੰ ਦਿੱਲੀ ਦੀਆਂ ਸੜਕਾਂ ਤੇ ਜੋ ਵਾਪਰਿਆ ਉਸਨੇ ਇਤਿਹਾਸਕ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਹੈ। ਪਗੜੀ ਸੰਭਾਲ ਜੱਟਾ ਲਹਿਰ ਨਾਲ ਤਸਬੀਹ ਕੀਤੇ ਜਾ ਰਹੇ ਇਸ ਅੰਦੋਲਨ ਦਾ ਖਾਸਾ ਇਸ ਦੀ ਪੁਰਅਮਨ ਅਤੇ ਜਾਬਤੇ ਭਰੀ ਦੇਖ ਸੀ ਜੋ 26 ਜਨਵਰੀ ਨੂੰ ਟੁੱਟੀ ਤਾਂ ਗੋਦੀ ਮੀਡੀਆ ਸਮੇਤ ਸਰਕਾਰੀ ਤੰਤਰ ਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਉਸ ਨੂੰ ਭਾਲ ਸੀ। ਇਹ ਭੀੜ ਭੜਕੀ ਨਹੀਂ ਭੜਕਾਈ ਗਈ ਹੈ। ਇੱਕ ਇੱਕ ਦੀ ਨਿਸ਼ਾਨਦੇਹੀ ਕਰਾਂਗੇ ਪਰ ਪਹਿਲਾਂ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚਲਾਉਣ ਦਰਮਿਆਨ ਇਸ ਚਿਹਰੇ ਨੂੰ ਗੌਰ ਨਾਲ ਵੇਖੋ। ਦੀਪ ਸਿੱਧੂ ਤੇ ਪਹਿਲੇ ਦਿਨ ਤੋਂ ਹੀ ਇਲਜ਼ਾਮ ਲੱਗ ਰਹੇ ਸਨ। ਬੀਜੇਪੀ ਤੇ ਆਰਐਸਐਸ ਦਾ ਏਜੰਟ ਦੱਸਿਆ ਜਾ ਰਿਹਾ ਸੀ। ਅੰਤ ਹੋਇਆ ਉਹੀ ਜਿਸ ਦਾ ਖਦਸ਼ਾ ਸੀ। ਖਾਲਸੇ ਦਾ ਲਾਲ ਕਿਲੇ ਵਿੱਚ ਜੁੜੀ ਇਹ ਭੀੜ ਇਸ ਭੀੜ ਨੂੰ ਸਿੰਘੂ ਬਾਰਡਰ ਤੋਂ ਇੱਥੇ ਤੱਕ ਲੈ ਆਉਣ ਦੇ ਇਲਜ਼ਾਮ ਜਿਸ ਤੇ ਸਭ ਤੋਂ ਵੱਧ ਲੱਗ ਰਹੇ ਹਨ ਉਹ ਦੀਪ ਸਿੱਧੂ ਹੀ ਹੈ। ਖਾਲਸੇ ਦਾ ਦੀਪ ਸਿੱਧੂ ਝੰਡਾ ਲਹਿਰਾਉਣ ਦੀ ਇਸ ਵੀਡੀਓ ਤੋਂ ਬਾਅਦ ਅਚਾਨਕ ਗਾਇਬ ਹੋ ਜਾਂਦਾ ਹੈ। ਉਕਸਾ ਕੇ ਲਿਆਂਦੇ ਇਹ ਨੌਜਵਾਨਾਂ ਨੂੰ ਆਪਣੇ ਹਾਲ ਤੇ ਛੱਡ। ਹਾਲਾਂਕਿ ਗਿਣਤੀ ਪੱਖੋਂ ਵੱਡੀ ਤਾਦਾਦ ਹੋਣ ਕਰਕੇ ਪੁਲਿਸ ਸ਼ਾਂਤ ਰਹਿੰਦੀ ਹੈ, ਨਹੀਂ ਤਾਂ ਕੋਈ ਵੀ ਅਣਹੋਣੀ ਵਾਪਰ ਸਕਦੀ ਸੀ। ਖਾਲਸੇ ਦਾ ਇਹ ਅੰਦੋਲਨ ਨੂੰ ਖਰਾਬ ਕਰਨ ਦੀ ਸਾਜ਼ਿਸ਼ ਸੀ ਜੋ ਇਸ ਤਰ੍ਹਾਂ ਅੰਜਾਮ ਦਿੱਤੀ ਗਈ ਅਤੇ ਇਸ ਸਭ ਦਾ ਦੂਜਾ ਚਿਹਰਾ ਸਰਵਣ ਸਿੰਘ ਪੰਧੇਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਮੁਖੀ ਸਤਨਾਮ ਸਿੰਘ ਪੰਨੂ ਲਗਾਤਾਰ ਪਹਿਲਾਂ ਪ੍ਰਸਤਾਵਿਤ ਰਿੰਗ ਰੋਡ ਤੇ ਹੀ ਮਾਰਚ ਕੱਢਣ ਤੇ ਅੜੇ ਸਨ। ਇਸ ਵੀਡੀਓ 'ਚ ਹਾਲਾਂਕਿ ਸਰਵਣ ਸਿੰਘ ਪੰਧੇਰ ਇਹ ਅਪੀਲ ਕਰ ਰਿਹਾ ਸੀ ਕਿ ਲਾਲ ਕਿਲੇ ਦਾ ਸਾਡਾ ਪ੍ਰੋਗਰਾਮ ਨਹੀਂ। ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਸਾਰੀ ਰਾਤ ਅਸੀਂ ਲੰਘਦੇ ਰਹਾਂਗੇ। ਸਾਡੀ ਬੇਨਤੀ ਹੈ ਵੀ ਮਜਨੂ ਕੇ ਟਿੱਲੇ ਤੋਂ ਵਾਪਸ ਕੁੰਡਲੀ ਬਾਰਡਰ ਆ ਜਾਓ। ਮਜਨੂ ਕੇ ਟਿੱਲੇ ਤੋਂ ਵਾਪਸ ਕੁੰਡਲੀ ਬਾਰਡਰ ਨੂੰ ਆਪਾਂ ਮੁੜੀਏ। ਕੁੰਡਲੀ ਬਾਰਡਰ ਵਾਪਸ ਆ ਜਾਈਏ। ਲਾਲ ਕਿਲੇ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਸ਼ਾਂਤਮਈ ਤਰੀਕੇ ਨਾਲ ਕਰਨਾ। ਅੰਦੋਲਨ ਬਦਨਾਮ ਹੋ ਰਿਹਾ। ਵਾਪਸ ਆਈਏ ਕੁੰਡਲੀ ਬਾਰਡਰ। ਧੰਨਵਾਦ। ਸਰਵਣ ਸਿੰਘ ਪੰਧੇਰ ਦੀ ਇਸ ਅਪੀਲ ਦੇ ਹੁਣ ਕੀ ਮਾਇਨੇ ਸਨ? ਉਸ ਵੇਲੇ ਤੱਕ ਜਿਨ੍ਹਾਂ ਨੇ ਲਾਲ ਕਿਲੇ ਤੱਕ ਜਾਣਾ ਸੀ ਉਹਨਾਂ ਨੂੰ ਉਹ ਬੈਰੀਕੇਡ ਤੋੜ ਰਾਹ ਦਵਾ ਚੁੱਕੇ ਸਨ। ਇਹਨਾਂ ਵਿੱਚੋਂ ਮੁੱਖ ਚਿਹਰਾ ਦੀਪ ਸਿੱਧੂ ਆਪਣੀ ਭੜਕਾਈ ਹੋਈ ਭੀੜ ਸਮੇਤ ਲਾਲ ਕਿਲੇ ਪਹੁੰਚ ਚੁੱਕਾ ਸੀ। ਫਿਰ ਹੋਇਆ ਉਹ ਜੋ ਤਸਵੀਰਾਂ ਇਸ ਅੰਦੋਲਨ ਨੂੰ ਸ਼ਰਮਸਾਰ ਕਰ ਗਈਆਂ। ਕੇਸਰੀ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਝੰਡਾ ਦੱਸ ਗੋਦੀ ਮੀਡੀਆ ਆਪਣਾ ਰਾਗ ਅਲਾਪਣ ਲੱਗਾ ਤਾਂ ਬੀਜੇਪੀ ਆਈਟੀ ਸੈੱਲ ਵੀ ਇਸ ਨੂੰ ਲੈ ਕੇ ਸਰਗਰਮ ਹੋ ਗਿਆ। ਖਾਲਸੇ ਦਾ ਦੀਪ ਸਿੱਧੂ ਦੀ ਭੂਮਿਕਾ ਨੂੰ ਸਮਝੋ।
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿੱਢੇ ਅੰਦੋਲਨ ਦੇ ਵੱਖ-ਵੱਖ ਪੜਾਵਾਂ ਤੇ ਕਿਸਾਨ ਯੂਨੀਅਨ ਵੱਲੋਂ ਰੋਕ ਦਿੱਤੇ ਜਾਣ ਦੇ ਬਾਵਜੂਦ ਦੀਪ ਸਿੱਧੂ ਪਿਛਲੇ ਕਈ ਮਹੀਨਿਆਂ ਤੋਂ ਅੰਦੋਲਨ ਵਿੱਚ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਸੰਭਾਵਨਾ ਬਹੁਤ ਪਹਿਲਾਂ ਕਿਸਾਨ ਜਥੇਬੰਦੀਆਂ ਦੁਆਰਾ ਵੇਖੀ ਜਾ ਚੁੱਕੀ ਸੀ। ਲਗਭਗ 1 ਮਹੀਨਾ ਪਹਿਲਾਂ 32 ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਦੌਰਾਨ ਇੱਕ ਆਗੂ ਨੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੂੰ ਇਸ ਸੰਘਰਸ਼ ਦੇ ਦੁਸ਼ਮਣ ਕਰਾਰ ਦਿੱਤਾ ਸੀ। ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ 32 ਜਥੇਬੰਦੀਆਂ ਵਿੱਚ ਸਾਂਝੀ ਚਿੰਤਾ ਇਹ ਰਹੀ ਸੀ ਕਿ ਦੋਵੇਂ ਸੰਘਰਸ਼ ਨੂੰ ਫਿਰਕੂ ਰਸਤੇ ਵੱਲ ਤੱਕ ਰਹੇ ਹਨ। ਦੀਪ ਸਿੱਧੂ ਦੇ ਪਿਛੋਕੜ ਤੇ ਇੱਕ ਨਜ਼ਰ ਮਾਰੋ। ਕੁਝ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਦੀਪ ਸਿੱਧੂ ਨੇ ਪਿਛਲੇ ਸਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਸੀ ਜਦੋਂ ਉਸਨੇ ਕਿਸਾਨ ਯੂਨੀਅਨ ਦੀ ਅਗਵਾਈ ਤੇ ਸਵਾਲ ਖੜੇ ਕੀਤੇ ਅਤੇ ਸ਼ੰਭੂ ਵਿਖੇ ਆਪਣਾ ਵੱਖਰਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਦੀਪ ਸਿੱਧੂ ਭਾਜਪਾ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਚਲਾ ਰਹੇ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮਿਲੇ ਸਨ। ਉਸ ਦੀਆਂ ਅਮਿਤ ਸ਼ਾਹ ਦੇ ਨਾਲ ਵੀ ਤਸਵੀਰਾਂ ਹਨ ਕਿਉਂਕਿ ਉਹ ਪਾਰਟੀ ਦੇ ਗੁਰਦਾਸਪੁਰ ਦੇ ਉਮੀਦਵਾਰ ਸੰਨੀ ਦਿਓਲ ਦੇ ਚੋਣ ਏਜੰਟ ਸਨ। ਉਸ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੁਆਰਾ RSS ਦਾ ਏਜੰਟ ਹੋਣ ਦੇ ਦੋਸ਼ ਲਗਾਤਾਰ ਲਾਏ ਜਾਂਦੇ ਰਹੇ ਹਨ। ਸ਼ੰਭੂ ਮੋਰਚਾ, ਜਿਸ ਨੂੰ ਉਸਨੇ ਕਿਹਾ ਛੇਤੀ ਹੀ ਕੁਝ ਖਾਲਿਸਤਾਨੀ ਪੱਖੀਆਂ ਤੋਂ ਲਾਈਵ ਸਟ੍ਰੀਮਿੰਗ ਵਿੱਚ ਸਮਰਥਨ ਪ੍ਰਾਪਤ ਕਰਨਾ ਸ਼ੁਰੂ ਕਰ ਦਿੱਤਾ। ਅਰਦੀਪ ਸਿੱਧੂ ਅਕਸਰ ਕਿਸਾਨ ਜਥੇਬੰਦੀਆਂ ਦੀ ਖੱਬੇ ਪੱਖੀ ਲੀਡਰਸ਼ਿਪ ਤੇ ਹਮਲੇ ਕਰਦਾ ਨਜ਼ਰ ਆਉਂਦਾ ਸੀ। ਉਹ ਯਹੂਦੀਆਂ ਦੀ ਮਿਸਾਲ ਦੇ ਕੇ ਲੋਕਾਂ ਨੂੰ ਸਿੱਖ ਵਤਨ ਲਈ ਲੜਨ ਲਈ ਪ੍ਰੇਰਿਤ ਕਰਦਾ ਸੀ। ਉਸਨੇ ਖੁਦ ਸਪਸ਼ਟੀਕਰਨ ਦਿੱਤਾ ਸੀ ਕਿ ਇਹ ਨਕਸਲਵਾਦ ਤੋਂ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲਾ ਅਜਮੇਰ ਸਿੰਘ ਸਿੱਖ ਇਤਿਹਾਸ ਬਾਰੇ ਕਿਤਾਬਾਂ ਹਨ ਜਿਨ੍ਹਾਂ ਨੇ ਉਸ ਦੀ ਧਾਰਨਾ ਅਤੇ ਸੋਚ ਨੂੰ ਬਦਲਿਆ। ਕਿਸਾਨ ਯੂਨੀਅਨ ਆਗੂ ਹਾਲਾਂਕਿ ਖੁੱਲ੍ਹੇਆਮ ਇਲਜ਼ਾਮ ਲਗਾਉਂਦੇ ਰਹੇ ਕਿ ਸਿੱਧੂ ਅਜਮੇਰ ਸਿੰਘ ਦਾ ਇੱਕ ਫਰੰਟਮੈਨ ਹੈ, ਜਿਵੇਂ ਕਿ ਅੰਦੋਲਨ ਦੌਰਾਨ ਕਿਸਾਨ ਯੂਨੀਅਨ ਨੇ ਸਿੱਧੂ ਨੂੰ ਕੋਈ ਜਗ੍ਹਾ ਨਹੀਂ ਦਿੱਤੀ। 26-27 ਨਵੰਬਰ ਤੋਂ ਬਾਅਦ ਜਦੋਂ ਕਿਸਾਨ ਦਿੱਲੀ ਦੇ ਦਰਵਾਜ਼ੇ ਤੇ ਪਹੁੰਚੇ, ਸਿੱਧੂ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਲੋਕਾਂ ਨੂੰ ਵਾਪਸ ਜਾਣ ਲਈ ਕਿਹਾ ਸੀ ਕਿਉਂਕਿ ਉਸ ਦੀ ਦਲੀਲ ਸੀ ਕਿ ਕਮਿਊਨਿਸਟ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਵਰਤਣਾ ਚਾਹੁੰਦੇ ਹਨ। ਅਜਿਹੇ ਇਲਜ਼ਾਮ ਉਸਨੇ ਹਾਲਾਂਕਿ ਜਲਦੀ ਹੀ ਵਾਪਸ ਲੈ ਲਏ। ਲਗਭਗ 2 ਹਫ਼ਤੇ ਪਹਿਲਾਂ ਦੀਪ ਸਿੱਧੂ ਨੇ ਯੂਨੀਅਨ ਨੂੰ ਭੇਜੇ ਇੱਕ ਪੱਤਰ ਵਿੱਚ ਉਸਨੇ ਪਲੇਟਫਾਰਮ ਨਾਲ ਜੁੜਨ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲਾਂਕਿ ਉਸ ਦੀ ਤਜਵੀਜ਼ ਰੱਦ ਕਰ ਦਿੱਤੀ ਗਈ ਸੀ। ਲਾਲ ਕਿਲੇ ਤੇ ਆਪਣਾ ਕਾਰਨਾਮਾ ਕਰਨ ਤੋਂ ਬਾਅਦ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਅਸੀਂ ਵਿਰੋਧ ਦੇ ਆਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰਦੇ ਹੋਏ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਵੀ ਲਹਿਰਾਇਆ ਹੈ। ਉਸਨੇ ਕਿਹਾ ਕਿ ਅਜਿਹੇ ਵਿਰੋਧ ਵਿੱਚ ਲੋਕਾਂ ਦਾ ਗੁੱਸਾ ਭੜਕਦਾ ਹੈ ਅਤੇ ਤੁਸੀਂ ਵਿਰੋਧੀਆਂ ਨੂੰ ਭੜਕਾਉਣ ਲਈ ਇੱਕ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਉਹ ਇਹ ਸਫਾਈ ਦਿੰਦਾ ਵੀ ਨਜ਼ਰ ਆਇਆ ਸੀ। ਹੁਣ ਦੀਪ ਸਿੱਧੂ ਕਹਿੰਦੇ ਲੋਕਾਂ ਨੂੰ ਭੜਕਾ ਗਿਆ। ਤੁਸੀਂ ਇੱਕ ਗੱਲ ਸੋਚੋ ਵੀ ਲੱਖਾਂ ਲੋਕ ਕੱਲਾ ਦੀਪ ਸਿੱਧੂ ਭੜਕਾ ਗਿਆ। ਦੀਪ ਸਿੱਧੂ ਉਸ ਵਹਿਣ ਚ ਜਿਹੜਾ ਆਪ ਮਹਾਰੇ ਸੰਗਤ ਚਾਰੇ ਪਾਸਿਓਂ ਲਾਲ ਕਿਲੇ ਵੱਲ ਨੂੰ ਸਿੱਧੀ ਹੋ ਗਈ ਤਾਂ ਦੀਪ ਸਿੱਧੂ ਵੀ ਉਹਨਾਂ ਚ ਇੱਕ ਸੀ। ਹੁਣ ਲੱਖਾਂ ਲੋਕ, ਤੁਸੀਂ ਇਹ ਵੀ ਦੇਖ ਲਓ ਵੀ ਜਿਹੜਾ ਜਥੇਬੰਦੀਆਂ ਨੇ ਰੂਟ ਦਿੱਤਾ ਸੀ ਉਸ ਰੂਟ ਤੇ ਕਿੰਨੇ ਕ ਸਾਡੀ ਸੰਗਤ ਗਈ ਤੇ ਜਿਹੜਾ ਰੂਟ ਆਪ ਮਹਾਰੇ ਹੋ ਕੇ ਸੰਗਤ ਨੇ ਬਣਾ ਲਿਆ ਉਸ ਰੂਟ ਤੇ ਕਿੰਨੀ ਕ ਸੰਗਤ ਗਈ, ਇਹਨੂੰ ਮਾੜਾ ਜਿਹਾ ਦੇਖ ਲਓ। ਤੇ 4 ਮੋਰਚੇ ਤੋੜ ਕੇ 4 ਥਾਵਾਂ ਤੋਂ ਬੈਰੀਕੇਡਿੰਗ ਤੋੜ ਕੇ ਸੰਗਤ ਲਾਲ ਕਿਲੇ 'ਚ ਦਾਖਲ ਹੋਈ, ਲਾਲ ਕਿਲੇ 'ਚ ਪਹੁੰਚੀ। ਉੱਥੇ ਮੈਂ ਤਾਂ ਕੀ, ਉੱਥੇ ਜੋ ਸਾਡੀਆਂ ਰੂਹਾਂ ਸੀਗੀਆਂ ਉਹਨਾਂ 'ਚ ਜੋ ਇੱਕ ਵਹਿਣ ਸੀ ਉਹ ਸਾਰੇ ਉਸ ਵਹਿਣ 'ਚ ਬਹਿ ਗਏ ਤੇ ਅਸੀਂ ਕੋਈ ਵੀ ਪੋਸਟ ਤੋਂ ਝੰਡਾ ਨਹੀਂ ਲਾਹਿਆ। ਆਪਦਾ ਝੰਡਾ ਜਾ ਕੇ ਨਿਸ਼ਾਨ ਸਾਹਿਬ ਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਝੰਡਾ ਉੱਥੇ ਜਾ ਕੇ ਚੜਾਇਆ। ਸੋ ਅਸੀਂ ਹਮੇਸ਼ਾ ਹੀ ਜਿਹੜੇ ਏਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਾਰਟਿਕੂਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ। ਇੱਥੇ ਹੀ ਗਲਤੀ ਕਰ ਜਾਂਦੇ ਆ। ਇਹ ਫਿਰ ਸਾਰੇ 5-10 ਲੱਖ ਲੋਕ 5 ਤੋਂ 10 ਲੱਖ ਲੋਕ, ਹੋ ਸਕਦਾ ਗਿਣਤੀ ਇਦੋਂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ। ਉੱਘੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਇਸ ਪੂਰੇ ਘਟਨਾਕ੍ਰਮ ਦੀ ਨਿਸ਼ਾਨਦੇਹੀ ਕੀਤੀ ਹੈ। ਉਹਨਾਂ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ ਹੈ ਕਿ ਦਿੱਲੀ ਦੇ ਦੁਆਲੇ ਰੂਟਾਂ ਤੇ 3 ਲੱਖ ਤੋਂ ਵੱਧ ਟਰੈਕਟਰ ਅਤੇ 8-9 ਲੱਖ ਲੋਕਾਂ ਦੀ ਜ਼ਾਬਤੇ ਵਾਲੀਆਂ ਰੈਲੀਆਂ ਸ਼ਾਂਤਮਈ, ਬਿਨਾਂ ਕਿਸੇ ਗੜਬੜ, ਪੂਰੇ ਜ਼ਾਬਤੇ ਵਿੱਚ ਰੈਲੀਆਂ। ਏਜੰਸੀਆਂ ਦੇ ਦਲਾਲ ਦੀਪ ਸਿੱਧੂ ਆਦਿ ਦੀਆਂ ਸਾਜ਼ਿਸ਼ਾਂ ਹੇਠ ਰਿੰਗ ਰੋਡ ਤੋਂ ਲਾਲ ਕਿਲੇ ਤੱਕ ਆਪ ਹੁਦਰਾ ਜਲੂਸ, ਜਿਹੜਾ ਏਜੰਸੀਆਂ ਦੇ ਦਲਾਲਾਂ ਦੀ ਭੜਕਾਟ ਹੇਠ ਸ਼ੋਕਰਾ ਵਾਅਦੇ ਅਤੇ ਜੋਸ਼ ਨਾਲ ਭਰਿਆ ਜਰਾ ਮਾਸਾ ਬੁਰਸ਼ਾਗਰਦੀ ਦਾ ਵਿਖਾਵਾ ਕਰਦਾ ਕਿਲੇ ਤੱਕ ਪੁੱਜਾ ਅਤੇ ਲਾਲ ਕਿਲੇ ਤੇ ਰਾਜਪੂਤਾਂ ਦੇ ਕੇਸਰੀ ਝੰਡੇ ਅਤੇ ਹਰੇ ਨਿਸ਼ਾਨੀ ਝੰਡੇ ਲਹਿਰਾ ਕੇ ਇਸ ਨੂੰ ਆਪਣੀ ਕਮਾਲ ਦੀ ਕਾਮਯਾਬੀ ਦੱਸਦਾ
ਫੌਜ ਦੇ ਆਉਣ ਦੇ ਤਿੱਤਰ-ਬਿੱਤਰ ਹੋ ਗਿਆ। ਹਰਜਿੰਦਰ ਸਿੰਘ ਦਲਗੀਰ ਲਿਖਦੇ ਹਨ ਕਿ ਦੋਹਾਂ ਜਲੂਸਾਂ ਦੇ ਜਮਾ ਪੱਖੀ ਕਮਾਲ ਵੀ ਹਨ। ਕਿਸੇ ਮੁਜਾਹਿਰੀਨ ਨੇ ਕਿਸੇ ਵੀ ਦੁਕਾਨ ਦੀ ਰੇੜੀ ਨਹੀਂ ਲੁੱਟੀ, ਕਿਸੇ ਮੁਜਾਹਿਰੀਨ ਨੇ ਕਿਸੇ ਸਿਵਿਲੀਅਨ ਤੇ ਹਮਲਾ ਨਹੀਂ ਕੀਤਾ, ਧੱਕਾ ਨਹੀਂ ਕੀਤਾ, ਗਾਲਾਂ ਨਹੀਂ ਕੱਢੀਆਂ, ਕਿਸੇ ਨੇ ਵੀ ਕਿਸੇ ਬੁਰਸ਼ਾਗਰਦ ਨੇ ਵੀ ਕਿਸੇ ਦੀ ਧੀ ਭੈਣ ਨੂੰ ਨਹੀਂ ਛੇੜਿਆ, ਨਾ ਕਿਸੇ ਵੱਲ ਅੱਖ ਚੁੱਕ ਕੇ ਵੇਖਿਆ, ਕਿਸੇ ਨੇ ਕਿਸੇ ਐਂਬੂਲੈਂਸ ਨੂੰ ਨਹੀਂ ਰੋਕਿਆ, ਕਿਸੇ ਨੇ ਟ੍ਰੈਫਿਕ ਨੂੰ ਚੱਲਣ ਤੋਂ ਨਹੀਂ ਰੋਕਿਆ, ਨਿੱਕੀ ਮੋਟੀ ਹਰਕਤ ਨੂੰ ਛੱਡ ਕੇ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ। ਦੋਹਾਂ ਕਿਸਮ ਦੇ ਮੁਜ਼ਾਹਰਿਆਂ ਵਿੱਚ 5 ਲੱਖ ਬੰਦਿਆਂ ਦੀਆਂ ਇਹਨਾਂ ਰੈਲੀਆਂ ਨੂੰ ਇਸ ਪੱਖ ਤੋਂ ਜਿੰਦਾਬਾਦ ਕਹਿਣਾ ਬਣਦਾ ਹੈ। ਉਹ ਲਿਖਦੇ ਹਨ ਕਿ ਕਿਸਾਨਾਂ ਨੇ ਪੰਜਾਬੀਆਂ, ਹਰਿਆਣਵੀਆਂ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਦਿੱਲੀ, ਚੰਡੀਗੜ੍ਹ ਵਾਲਿਆਂ ਨੇ ਸਾਬਤ ਕਰਕੇ ਵਿਖਾ ਦਿੱਤਾ ਕਿ ਉਹ ਦੁਨੀਆ ਦੇ ਸਭ ਤੋਂ ਵਧੀਆ اخلاق ਵਾਲੇ ਲੋਕ ਹਨ। ਸ਼ਾਬਾਸ਼ ਦੋਸਤੋ, ਬੇਸ਼ੱਕ ਕਦੇ ਮੈਂ ਤੁਹਾਡੇ ਕਈ ਪੱਖਾਂ ਨਾਲ ਇੱਕ ਰਾਏ ਨਾ ਵੀ ਹੋਵਾਂ, ਪਰ ਤੁਸੀਂ ਜੋ ਇੱਕ ਕਮਾਲ ਕਰ ਵਿਖਾਇਆ ਹੈ ਸਾਬਿਤ ਕਰਦਾ ਹੈ ਕਿ ਤੁਹਾਡੇ ਉੱਤੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਅਤੇ ਅੰਮ੍ਰਿਤ ਦਾ ਮੀਂਹ ਵਰਿਆ ਹੋਇਆ ਹੈ। ਇਹ اخلاق ਕਾਇਮ ਰੱਖਿਓ। ਤਾਰੀਖ ਅਤੇ ਗਿਨਜ਼ ਬੁੱਕ ਆਫ ਰਿਕਾਰਡਸ ਇਸ ਨੂੰ ਰਹਿੰਦੀ ਦੁਨੀਆ ਵੀ ਯਾਦ ਕਰਵਾਉਂਦੀ ਰਹੇਗੀ। 1 ਫਰਵਰੀ ਦੇ ਪਾਰਲੀਮੈਂਟ ਮਾਰਚ ਸਮੇਂ ਇਸ ਤੋਂ ਵੀ ਵਧੀਆ اخلاق ਦਾ ਇਜ਼ਹਾਰ ਕਰਿਓ, ਜੇ ਸਾਬਤ ਕਰ ਵਿਖਾਇਓ ਕਿ ਤੁਸੀਂ ਦੁਨੀਆ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲੇ ਹੀ ਨਹੀਂ ਬਲਕਿ ਸਭ ਤੋਂ ਵਧੀਆ ਇਨਸਾਨ ਵੀ ਤੁਸੀਂ ਹੋ। ਇਹ ਵਿਚਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੇ ਹਨ। ਪਰ ਅਮਨ ਅਮਾਨ ਤੋਂ ਹਿੰਸਕ ਹੋਏ ਇਸ ਅੰਦੋਲਨ ਵੱਲ ਮੁੜੀਏ ਤਾਂ ਇਸ ਅੰਦੋਲਨ ਦੇ ਕੁਝ ਚਿਹਰੇ ਉੱਭਰ ਕੇ ਸਾਹਮਣੇ ਆਉਂਦੇ ਹਨ। ਫਿਲਹਾਲ ਹੁਣ ਦੀਪ ਸਿੱਧੂ ਦੇ ਪਿਛੋਕੜ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਹਨ। ਪੰਜਾਬੀ ਹੁਣ ਸ਼ਰੇਆਮ ਉਸ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਰਹੇ ਹਨ, ਪਰ ਹੁਣ ਵੇਲਾ ਬੀਤ ਚੁੱਕਾ ਹੈ। ਉਹ ਅੰਦੋਲਨ ਨੂੰ ਬਦਨਾਮ ਕਰ ਚੁੱਕਾ ਹੈ, ਗੋਦੀ ਮੀਡੀਆ ਸਮੇਤ ਸਰਕਾਰੀ ਤੰਤਰ ਨੂੰ ਇੱਕ ਮੌਕਾ ਦੇ ਚੁੱਕਾ ਹੈ। ਉਹ ਲਗਾਤਾਰ ਇਸ ਅੰਦੋਲਨ ਨੂੰ ਬਦਨਾਮ ਕਰਨ 'ਚ ਲੱਗੇ ਹੋਏ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।